एक तो SCPC ਦੇ ਇਲੈਕਸ਼ਨਸ ਹੈਗੇ ਆ ਜਿਹੜੇ 11 ਸਾਲਾਂ ਤੋਂ ਨਹੀਂ ਹੋਏ। ਪਰ ਗਾੜੀ ਦਾ ਮਸਲਾ ਹੈਗਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਕੇਸ ਰਜਿਸਟਰ ਹੋਇਆ ਸੀ। ਬਾਦਲ ਸਾਹਿਬ ਦੀ ਹਕੂਮਤ ਸੀ ਉਸ ਵੇਲੇ। ਹੁਣ ਆਮ ਆਦਮੀ ਪਾਰਟੀ ਦੀ ਹਕੂਮਤ ਆ ਗਈ ਹੈ। ਪਰ ਜਿਹੜੇ ਸਿੱਖਾਂ ਦੇ ਮਸਲੇ ਹੈਗੇ ਆ 328 ਸਰੂਪ ਜਿਹੜੇ SCPC ਨੇ ਖੁਰਦ ਕਰਤੇ ਹੈ ਤੇ ਪੰਜਾਬ ਦਾ ਬਾਰਡਰ ਨਹੀਂ ਖੁੱਲ੍ਹ ਰਿਹਾ ਇੰਟਰਨੈਸ਼ਨਲ ਟ੍ਰੇਡ ਦੇ ਨਾਲ ਲਈ। ਇਹ ਸਾਰੀਆਂ ਬਹੁਤ ਵੱਡੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਇਹ ਕਰਨ ਵਾਲੀਆਂ ਹੈਗੀਆਂ ਸਿੱਖਾਂ ਦੇ ਮਸਲੇ। ਔਰ ਪੰਜਾਬ ਦੇ ਮਸਲੇ ਵੀ ਹੈਗੇ ਹੈ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਉਹਨੂੰ ਸੈਂਟਰਲ ਯੂਨੀਵਰਸਿਟੀ ਬਣਾਉਣਾ ਚਾਹੁੰਦੀ ਹੈ ਚੰਡੀਗੜ੍ਹ 'ਚ, ਉਹ ਅਸੀਂ ਨਹੀਂ ਬਣਨ ਦੇਣੀ ਚਾਹੁੰਦੇ। ਫਿਰ ਸਰਕਾਰ 780 ਕਰੋੜ ਰੁਪਈਆ ਲਾ ਰਹੀ ਹੈ ਰਾਜਸਥਾਨ ਕਨੈਲ ਦੀ ਲਾਈਨਿੰਗ ਕਰਨ ਲਈ, ਕੰਕਰੀਟ ਲਾਉਣ ਦੇ ਲਈ। ਜਦੋਂ ਸਾਨੂੰ ਪਾਣੀ ਨਹੀਂ ਮਿਲਦਾ ਰਾਜਸਥਾਨ ਕਨੈਲ ਤੋਂ, ਫਿਰ ਸਾਡੀ ਸਰਕਾਰ ਇੰਨਾ ਪੈਸਾ ਕਾਹਦੇ ਲਈ ਲਾ ਰਹੀ ਹੈ? ਆਮ ਪਾਰਟੀ ਦੀ ਪਾਲਿਸੀ ਹੈ ਮੁਹੱਲਿਆਂ ਦੇ ਵਿੱਚ ਸਕੂਲ ਤੇ ਹਸਪੀਟਲ ਤਕੜੇ ਕਰਨੇ, ਉੱਧਰਲੇ ਪਾਸੇ ਪੈਸਾ ਲੱਗੇ, ਜਿਹੜੇ ਸਾਡੇ ਬੱਚੇ ਪੜ੍ਹ ਲਿਖ ਸਕਣ, ਜਿਹੜੇ ਬਿਮਾਰ ਹੈ ਉਹਨਾਂ ਦੀ ਦਵਾਈ ਬੂਟੀ ਹੁੰਦੀ ਰਹੇ। ਇਹ ਸਾਰੇ ਵੱਡੇ ਵੱਡੇ ਮਸਲੇ ਹੈ ਜਿਹੜੇ ਪੰਜਾਬ ਦੇ ਹੈ। ਤੇ ਇਹ 1984 ਦਾ ਜਿਹੜਾ ਇਹ ਜਬਰ ਜਨਾਹ ਵੀ ਹੋਇਆ ਸਾਡੇ ਉੱਤੇ, ਸਾਡੀ ਕੌਮ ਦੇ ਉੱਤੇ ਨਸਲਕੁਸ਼ੀ ਵੀ ਕੀਤੀ ਗਈ, ਅਜੇ ਤੱਕ ਉਹਦਾ ਜਵਾਬ ਗਵਰਨਮੈਂਟ ਆਫ ਇੰਡੀਆ ਨੇ ਦਿੱਤਾ ਨਹੀਂ ਹੈ ਕਿ ਇਹ ਠੀਕ ਸੀਗਾ ਕਿ ਨਹੀਂ ਠੀਕ ਸੀ। ਜਦ ਕਿ ਅਮਰੀਕਾ ਦੇ ਕਈ ਸਟੇਟਸ ਨੇ ਮਤੇ ਪਾਸ ਕਰਤੇ ਹੈ ਕਿ ਇਹ ਜੈਨੋਸਾਈਡ ਤੇ ਨਸਲਕੁਸ਼ੀ ਸਿੱਖਾਂ ਦੀ ਹੋਈ ਹੈ। ਇਹ ਸਾਰੇ ਇੰਟਰਨੈਸ਼ਨਲ ਮਸਲੇ ਹੈਗੇ ਹੈ ਜਿਹੜੇ ਅਸੀਂ ਹੱਲ ਕਰਨਾ ਚਾਹੁੰਦੇ ਹਾਂ। ਪਾਕਿਸਤਾਨ ਦੇ ਨਾਲ ਸਾਡੀ ਬਾਰਡਰ ਖੁੱਲ੍ਹੇ, ਸਾਡੇ ਮਿਸਤਰੀ ਸਿੰਘ ਜਿਹੜੇ ਕੰਬਾਈਨਾਂ ਬਣਾਉਂਦੇ ਹੈ, ਮਸ਼ੀਨਾਂ ਬਣਾਉਂਦੇ ਹੈ, ਉਹ ਤੁਹਾਨੂੰ ਪਤਾ ਹੈ ਜੇ ਬਟਾਲੇ ਤੋਂ ਬਣਦੀ ਹੈ ਤੇ ਪਹਿਲਾਂ ਦਿੱਲੀ ਟਰੱਕ 'ਚ ਜਾਂਦੀ ਹੈ, ਦਿੱਲੀ ਤੋਂ ਗੁਜਰਾਤ ਜਾਂਦੀ ਹੈ, ਗੁਜਰਾਤ ਤੋਂ ਕਰਾਚੀ, ਕਰਾਚੀ ਤੋਂ ਲਾਹੌਰ, ਤੇ ਲਾਹੌਰ ਤੋਂ ਫਿਰ ਬਟਾਲੇ ਦੇ ਨਾਲ ਜਿਹੜਾ ਇਲਾਕਾ ਲੱਗਦਾ ਸਿਆਲਕੋਟ ਦਾ, ਉੱਥੇ ਆ ਜਾਂਦੀ ਹੈ। ਮੇਰਾ ਕਹਿਣ ਦਾ ਮਤਲਬ ਹੈ ਕਿ ਪਾਕਿਸਤਾਨ ਦੇ ਵਿੱਚ ਘਾਟ ਹੈਗੀ ਹੈ ਕਣਕ ਦੀ ਤੇ ਸਾਡੇ ਭੰਡਾਰ ਭਰੇ ਪਏ ਹੈ। ਅਸੀਂ ਕਿਉਂ ਨਹੀਂ ਪਾਕਿਸਤਾਨ ਨੂੰ ਆਪਣੇ ਜਿਹੜੇ ਕਿਸਾਨ ਮਜ਼ਦੂਰ ਹੈ ਉਹ ਕਿਉਂ ਨਹੀਂ ਵੇਚ ਸਕਦੇ ਹੈਗੇ? ਸੋ ਇਹ ਸਾਰੇ ਵੱਡੇ ਵੱਡੇ ਮਸਲੇ ਹੈ ਕਿ ਸਾਡੇ ਉੱਤੇ ਸ਼ੱਕ ਕੀਤਾ ਜਾਂਦਾ ਹੈ ਸਿੱਖ ਕੌਮ ਦੇ ਉੱਤੇ। ਤੇ ਹਮੇਸ਼ਾ ਜਿਹੜੀ ਵੀ ਦਿੱਲੀ ਦੇ ਨਾਲ ਸੰਬੰਧ ਰੱਖਦੀ ਹੈ ਪਾਰਟੀ, ਉਹਦਾ ਸਿਆਸਤ ਦੇ ਉੱਤੇ ਕਬਜ਼ਾ ਹੋ ਜਾਂਦਾ ਹੈ। ਹੁਣ ਆਮ ਆਦਮੀ ਪਾਰਟੀ ਪਾਣੀਆਂ ਦੇ ਮਸਲੇ ਦੇ ਉੱਤੇ ਨਹੀਂ ਬੋਲ ਸਕਦੀ, ਕਿਉਂ ਕਰਕੇ ਉਸ ਨੇ, ਕਾਂਗਰਸ ਪਾਰਟੀ ਨੇ, BJP ਨੇ, ਬਾਦਲ ਦਲ ਨੇ ਇਹ ਪਾਣੀ ਰਾਜਸਥਾਨ 'ਚ ਵੀ ਦੇਣੀ ਹੈ, ਜਦ ਕਿ ਉਹਨਾਂ ਦਾ ਕਾਨੂੰਨੀ ਹੱਕ ਹੈ ਨਹੀਂ ਗਾ ਰਿਪੇਰੀਅਨ ਲਾਅ ਦੇ ਮੁਤਾਬਕ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਫਤਾਂ ਜਿਹੜੀਆਂ ਪੰਜਾਬ ਝੱਲ ਰਿਹਾ ਹੈ, ਇਹ ਸਾਰੀਆਂ ਕਰਾਂਗੇ। ਹੋਰ ਬਾਕੀ ਦੀਆਂ ਜਿਹੜੀਆਂ ਤੁਸੀਂ ਦੱਸ ਦੋਗੇ ਉਹ ਵੀ ਕਰ ਲਵਾਂਗੇ। ਤੇ ਅੱਜ 559 ਦਿਨ ਹੋ ਗਏ ਹੈ ਸਾਡਾ ਮੋਰਚਾ ਬਰਗਾੜੀ ਦਾ ਲੱਗਿਆ ਹੋਇਆ। ਪੂਰੇ 559 ਦਿਨ ਹੋ ਗਏ, ਪਰ ਅਜੇ ਤੱਕ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਚੱਕ ਕੇ, ਗੁਟਕਾ ਸਾਹਿਬ ਚੱਕ ਕੇ ਸਹੁੰ ਚੱਕੀ ਸੀਗੀ। ਫਿਰ ਕਾਂਗਰਸ ਦੀ ਦੂਜੀ ਸਰਕਾਰ ਆਈ, ਚੰਨੀ ਸਾਹਿਬ ਦੀ, ਉਹਨਾਂ ਨੇ ਕਿਹਾ ਅਸੀਂ ਹੱਲ ਕਰਾਂਗੇ। ਹੁਣ ਆਮ ਆਦਮੀ ਪਾਰਟੀ ਦੀ ਆਈ ਹੈ, ਉਹਨਾਂ ਨੇ ਰਿਪੋਰਟ ਦਿੱਤੀ ਹੈ, ਉਹਦੇ ਵਿੱਚ ਬਰਗਾੜੀ ਦੇ ਬਾਰੇ ਤਾਂ ਕੁਛ ਦੱਸਿਆ ਹੈ, ਪਰ ਜਿਹੜੇ ਨਾਲ ਪਿੰਡ ਇੱਥੇ 2 ਸ਼ਹੀਦ ਕੀਤੇ ਗਏ ਹੈ, ਪਿੰਡ ਇਹ ਆਪਣਾ ਜਵਾਰ, ਇਹ ਬਹਿਬਲ ਕਲਾਂ ਤੇ ਜਵਾਰ ਸਿੰਘ ਵਾਲੇ ਜਿਹੜੀ ਬੇਅਦਬੀ ਹੋਈ ਹੈ ਉਹਦੇ ਬਾਰੇ ਤਾਂ ਕੁਛ ਦੱਸਿਆ ਨਹੀਂ, ਨਾ ਕੋਟਕਪੂਰੇ ਬਾਰੇ ਦੱਸਿਆ ਹੈਗਾ। ਤੇ ਜਿਹੜੇ ਸਾਡੇ ਹਾਈ ਕੋਰਟ ਦੇ ਜੱਜ ਹੈ, ਸਾਗਵਾਨ ਹੈ, ਫਿਰ ਇੱਕ ਬਜਾਜ ਹੈ, ਇੱਕ ਸਰਾਵਤ ਹੈ, ਉਹ
ਸਾਡੇ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਦੇ ਖਿਲਾਫ ਇਹੋ ਜਿਹੇ ਫੈਸਲੇ ਲੈ ਰਹੇ ਹੈ ਕਿ ਇਹ ਕੇਸ ਨੂੰ ਚੱਲਣ ਹੀ ਨਹੀਂ ਦਿੰਦੇ ਅੱਗੇ। ਸੋ ਅਸੀਂ ਵਸ ਆਏ ਹੋਏ ਹਾਂ ਬਹੁਤ ਰੈਡੀਕਲਾਈਜ਼ਡ ਐਕਸਟ੍ਰੀਮਿਸਟ ਹਕੂਮਤ ਦੇ, ਜਿਹੜੀ ਕਿ ਘੱਟ ਗਿਣਤੀਆਂ ਨੂੰ ਰਗੜਾ ਲਾਉਣਾ ਚਾਹੁੰਦੀ ਹੈ। ਔਰ ਇਹ ਗੱਲਾਂ ਕਰਨੀਆਂ ਪੈਣੀਆਂ ਕਿ ਹੁਣ ਬੀਜੇਪੀ ਕਹਿੰਦੀ ਹੈ 30-40 ਸਾਲ ਅਸੀਂ ਇੱਥੇ ਸਰਕਾਰ ਬਣਾ ਕੇ ਰੱਖਣੀ ਹੈ, ਅਤੇ ਫਿਰ ਮੈਂ ਪੁੱਛਣਾ ਚਾਹੁੰਦਾ ਜਿਹੜੀਆਂ ਘੱਟ ਗਿਣਤੀਆਂ ਕਿ ਉਹ ਕਿੱਥੇ ਜਾਣਗੀਆਂ। ਐਮਨੈਸਟੀ ਇੰਟਰਨੈਸ਼ਨਲ ਨੂੰ ਇੰਡੀਆ 'ਚੋਂ ਬਾਹਰ ਕੱਢ ਦਿੱਤਾ ਗਿਆ। ਜਿਹੜੀ ਵੀ ਕੋਈ ਸੰਸਥਾ ਘੱਟ ਗਿਣਤੀਆਂ ਦੀ ਗੱਲ ਕਰਦੀ ਹੈ ਉਹਦੇ ਉੱਤੇ ਵਾਰ ਕਰਦੇ ਹੈ। ਅਤੇ ਬੀਜੇਪੀ ਦੀ ਜਿਹੜੀ ਪਾਲਿਸੀ ਮਿਸ ਸ਼ਰਮਾ ਨੇ ਹਜ਼ਰਤ ਮੁਹੰਮਦ ਸਾਹਿਬ ਦੇ ਅਪਸ਼ਬਦ ਇਸਤੇਮਾਲ ਕੀਤੇ ਹੈ, ਉਹ ਤਾਂ RSS ਦੀ ਸੋਚ ਹੈ, ਉਸ ਨੂੰ ਉਸਨੇ ਪ੍ਰਗਟ ਕੀਤਾ ਹੈਗਾ। ਮੇਰਾ ਕਹਿਣ ਦਾ ਮਤਲਬ ਹੈ ਕਿ ਇਹੋ ਜਿਹੀ ਘਾਤਕ ਸੋਚ ਜਿਹਦੇ ਨਾਲ ਸਾਰੇ ਇਸਲਾਮਿਕ ਮੁਲਕਾਂ ਦੇ ਨਾਲ ਨਿਰਾਸ਼ਤਾ ਬਣ ਜੇ ਅਤੇ ਉਹ ਤੇਲ ਬੰਦ ਕਰ ਦੇਣ, ਇਹਨਾਂ ਨੂੰ ਕੋਈ ਫਿਕਰ ਹੀ ਨਹੀਂ ਹੈ ਕਿ ਅਸੀਂ ਕੀ ਕਰ ਰਹੇ ਹਾਂ। ਕਸ਼ਮੀਰ ਦੀ ਇੱਕ ਪੁਲਿਟਜ਼ਰ ਪ੍ਰਾਈਜ਼ ਵਿਨਿੰਗ ਲੇਡੀ ਹੈ ਜਿਹਨੇ ਕੈਮਰੇ ਦੇ ਨਾਲ ਇਹੋ ਜਿਹੀਆਂ ਫੋਟੋਆਂ ਖਿੱਚੀਆਂ ਕਿ ਅਮਰੀਕਾ ਦਾ ਸਭ ਤੋਂ ਟੌਪ ਦਾ ਇਨਾਮ ਉਹਨੂੰ ਮਿਲਿਆ। ਉਹਨੇ ਪੈਰਿਸ ਜਾਣਾ ਸੀਗਾ ਮੀਟਿੰਗ ਦੇ ਲਈ, ਉਹਦਾ ਬਾਹਰ ਜਾਣਾ ਬੰਦ ਕਰਤਾ ਕਿਉਂ ਕਰਕੇ ਉਹ ਮੁਸਲਮਾਨ ਹੈ। ਫਿਰ ਇੱਕ ਲਖਾਰੀ ਹੈ, ਉਸ ਨੂੰ ਵੀ ਅੰਦਰ ਕੀਤਾ ਮੁਸਲਮਾਨ ਨੂੰ। ਅਤੇ ਮੁਸਲਮਾਨਾਂ ਦੇ ਘਰ ਢਾਈ ਜਾਂਦੇ ਆ ਬੁਲਡੋਜ਼ਰਾਂ ਦੇ ਨਾਲ। ਮੱਧਿਆ ਪ੍ਰਦੇਸ਼ 'ਚ ਵੀ ਹੋਇਆ, ਫਿਰ ਹਰਿਆਣੇ 'ਚ ਵੀ ਹੋਇਆ, ਯੂਪੀ ਦਿੱਲੀ ਦੇ ਵਿੱਚ। ਇਹ ਸਾਰੀਆਂ ਜਿਹੜੀਆਂ ਮੁਸੀਬਤਾਂ ਸਾਡੇ ਉੱਤੇ ਕਸ਼ਮੀਰ ਦੇ ਵਿੱਚ ਕਾਨੂੰਨ ਇਹੋ ਜਿਹੇ ਅਫਸਵਾ ਲਾਤਾ ਜਿਹਦੇ ਹੇਠ ਮਿਲਟਰੀ ਕਿਸੇ ਨੂੰ ਵੀ ਮਾਰ ਸਕਦੀ ਹੈ, ਕਿਸੇ ਦੀ ਜਾਨ ਖੋ ਸਕਦੀ ਹੈ, ਕਿਸੇ ਦੇ ਨਾਲ ਜਬਰ ਜਨਾਹ ਕਰ ਸਕਦੀ ਹੈ, ਕਿਸੇ ਨੂੰ ਲੁਕੋ ਕੇ ਰੱਖ ਸਕਦੀ ਹੈ, ਪਰ ਉਹਦੇ ਖਿਲਾਫ ਕਾਨੂੰਨ ਐਕਸ਼ਨ ਹੀ ਨਹੀਂ ਲੈਂਦਾ। ਅਤੇ ਸਾਡੀ ਸੁਪਰੀਮ ਕੋਰਟ ਜਿਹੜੀ ਰਖਵਾਲੀ ਹੈ ਸੰਵਿਧਾਨ ਦੀ, ਉਹ ਵੀ ਮੂੰਹ ਦੇ ਅੱਗੇ ਇਹ ਉਂਗਲ ਲਈ ਬੈਠੀ ਹੈ। ਮੇਰਾ ਕਹਿਣ ਦਾ ਮਤਲਬ ਹੈ ਕਿ ਸਾਰੀਆਂ ਚੀਜ਼ਾਂ ਹਿੰਦੂਤਵਾ ਹਿੰਦੂ ਰਾਸ਼ਟਰ ਵੱਲ ਚੱਲ ਪਈਆਂ। ਜਿਵੇਂ ਸੁਪਰੀਮ ਕੋਰਟ ਨੇ ਫੈਸਲੇ ਕਰਤੇ ਹੈ ਕਿ ਬਬਰੀ ਮਸਜਿਦ ਇੱਕ ਰਾਮ ਮੰਦਰ ਸੀਗਾ, ਅਤੇ ਜਿਹੜਾ ਗਗੋਈ ਜੱਜ ਸੀ ਉਸ ਨੂੰ ਬਰਾਈਬਰੀ ਦੇਤੀ, ਉਸ ਨੂੰ ਖਰੀਦ ਲਿਆ। ਉਹਦੇ 'ਤੇ ਜਿਹੜੀ ਤੁਹਮਤ ਲੱਗਦੀ ਸੀ ਕਿ ਬੀਬੀ ਨੂੰ ਛੇੜਨ ਦੀ, ਉਹ ਵੀ ਮਾਫ ਕਰਤੀ। ਫਿਰ ਹੁਣ ਜਿਹੜੇ 2002 ਦੇ ਵਿੱਚ ਕਤਲੇਆਮ ਮੁਸਲਮਾਨਾਂ ਦਾ ਗੁਜਰਾਤ ਦੇ ਵਿੱਚ ਹੋਇਆ, ਉਹ ਵੀ ਸੁਪਰੀਮ ਕੋਰਟ ਕਹਿੰਦੀ ਹੈ ਕਿ ਇਹਦੇ 'ਚ ਨਰਿੰਦਰ ਮੋਦੀ ਦਾ ਹੱਥ ਹੈ ਨਹੀਂ ਸੀਗਾ। ਜੇ ਨਹੀਂ ਸੀਗਾ ਹੱਥ ਕਿਹਦਾ ਹੱਥ ਸੀਗਾ? ਫਿਰ ਮੁਸਲਮਾਨਾਂ ਨੂੰ ਅਤੇ ਸਿੱਖਾਂ ਨੂੰ ਕਿਉਂ ਮਾਰੀ ਜਾਂਦੇ ਆ? ਕੌਣ ਮਾਰੀ ਜਾਂਦਾ? ਇਹ ਤਾਂ ਸਾਰੀਆਂ ਚੀਜ਼ਾਂ ਪੁੱਛਣ ਵਾਲੀਆਂ ਸਾਰੇ ਪਾਸੇ ਪਾਰਲੀਮੈਂਟ ਦੇ ਵਿੱਚ, ਤੁਹਾਡੇ ਕੋਲ ਵੀ, ਕਿ ਇਹ ਪ੍ਰੈਸ ਦੇ ਉੱਤੇ ਵੀ ਜਿੰਦੇ ਲਾਏ ਹੋਏ ਹੈ। ਹੁਣ ਮੈਨੂੰ 20 ਸਾਲ ਤੋਂ ਜਿੰਨੇ ਵੀ ਅੰਗਰੇਜ਼ੀ ਪੇਪਰ ਹੈ ਉਹ ਮੇਰਾ ਬਿਆਨ ਹੀ ਨਹੀਂ ਲਾ ਰਹੇ। ਇਹ ਤਾਂ ਜਿਹੜੀ ਸੈਂਸਰਸ਼ਿਪ ਹਿੰਦੂਤਵਾ ਦੀ ਚੱਲ ਪਈ ਹੈ, ਜਿਹੜੀ ਪ੍ਰੈਸ ਦੇ ਵਿੱਚ ਹਿੰਦੂਤਵਾ ਆ ਗਈ ਹੈ, ਜਿੱਥੇ ਪ੍ਰੈਸ ਫ੍ਰੀ ਹੋਣੀ ਚਾਹੀਦੀ ਹੈ, ਇਹ ਤਾਂ ਬਹੁਤ ਖਤਰਨਾਕ ਗੱਲ ਹੈਗੀ ਹੈ ਕਿ ਪ੍ਰੈਸ ਵੀ ਹਿੰਦੂਤਵਾ ਦੀ ਗੱਲ ਕਰਦੀ ਹੈ, ਹਿੰਦੂ ਰਾਸ਼ਟਰ ਦੀ ਗੱਲ ਕਰਦੀ ਹੈ, ਮਿਨੋਰਿਟੀਜ਼ ਦੀ ਗੱਲ ਕਰਨ ਤੋਂ ਹਟ ਗਏ ਹੈ। ਇਹ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਇਹ ਪਾਰਲੀਮੈਂਟ ਦੇ ਵਿੱਚ ਕਹਿਣ ਵਾਲੀਆਂ, ਅਤੇ ਇਹ ਅਸੀਂ ਉੱਥੇ ਜਾ ਕੇ ਕਰਾਂਗੇ। ਅਤੇ ਆਮ ਆਦਮੀ ਪਾਰਟੀ ਠੀਕ ਹੈ, ਉਹਨਾਂ ਦਾ ਕੁਛ ਨਾ ਕੁਛ ਪਾਲਿਸੀ ਹੋਊਗਾ, ਪਰ ਜਿਹੜੇ ਵੀ ਪੰਜਾਬ ਦੇ ਪਾਣੀ ਹੈ, ਰਿਪੇਰੀਅਨ ਕਾਨੂੰਨ ਹੈ, ਉਹਦੇ ਉਲਟ ਚੱਲ ਰਹੀ ਹੈ ਕਿ ਪਾਣੀ ਉੱਧਰ ਦੇਣਾ। ਹੁਣ 800 ਕਰੋੜ ਰੁਪਈਆ ਰਾਜਸਥਾਨ ਕਨੈਲ ਦੇ ਉੱਤੇ ਉਹਨੂੰ ਸੀਮੈਂਟ ਲਾਉਣ ਲਈ ਲੱਗ ਰਿਹਾ ਹੈ। ਉਹਦਾ ਮਤਲਬ ਕੀ ਹੈ? ਪੰਜਾਬ ਕਿਉਂ ਪੈਸਾ ਦੇਵੇ ਜਦੋਂ ਸਾਨੂੰ ਤਾਂ ਬੂੰਦ ਨਹੀਂ ਮਿਲਦੀ ਹੈਗੀ ਇੱਕ ਵੀ। ਅਤੇ ਅਜੇ ਤੱਕ ਆਪਣਾ ਸਿੱਧੂ ਸਾਹਿਬ ਹੈ, ਮੂਸੇਵਾਲ ਸਾਹਿਬ ਹੈ, ਇਹਨਾਂ ਦੇ ਕਤਲ ਦਾ ਪਤਾ ਹੀ ਨਹੀਂ ਲੱਗ ਰਿਹਾ ਕਿ ਕਿਵੇਂ ਕਤਲ ਹੋਏ ਹੈ, ਕਿੰਨਾ ਚਿਰ ਹੋ ਗਿਆ ਹੈ। ਦਿੱਲੀ ਪੁਲਿਸ ਬੰਦਿਆਂ ਨੂੰ ਫੜੀ ਜਾਂਦੀ ਹੈ ਅਤੇ ਪੰਜਾਬ ਦੀ ਪੁਲਿਸ ਕਿਉਂ ਨਹੀਂ ਫੜੀ ਜਾ ਰਹੀ? ਕਿਉਂ ਕਰਕੇ ਚੀਫ ਮਿਨਿਸਟਰ ਸਾਹਿਬ ਨੇ
ਹੁਕਮ ਦੇਤਾ ਸੀ ਕਿ ਮੂਸੇਵਾਲ ਸਾਹਿਬ ਦੀ ਸਿਕਿਉਰਿਟੀ ਨੂੰ ਵਿਡਰਾਅ ਕਰ ਦਿਓ। ਇਹਦਾ ਮਤਲਬ ਹੈ ਕਿ ਇਹ ਜਿਹੜੀ ਚੀਜ਼ ਹੈ, ਜਿਹੜਾ ਮੂਸੇਵਾਲ ਦਾ ਕਤਲ ਹੋਇਆ ਹੈ, ਇਹ ਸ਼ੁਰੂ ਤਾਂ ਹੁੰਦਾ ਉਸ ਪਿੰਡ, ਕੀ ਨਾਮ ਉਹਦਾ, ਇਹ ਹਾਂ ਮੂਸਾ ਜੀ ਨਹੀਂ ਯਾਰ, ਇਹ ਮਿੰਟੂ ਖੇੜੇ ਦੇ ਵਿੱਚ ਬਾਦਲਾਂ ਦਾ ਹੱਥ ਹੈ। ਉਹ ਉਹਨਾਂ ਦਾ ਸੈਕਟਰੀ ਸੀ ਜਿਹੜਾ ਮਾਰਿਆ ਗਿਆ ਸੀਗਾ, ਅਤੇ ਚੀਫ ਮਿਨਿਸਟਰ ਸਾਹਿਬ ਨੇ ਸਿਕਿਉਰਿਟੀ ਉਹਦੀ ਵਿਡਰਾਅ ਕਰਤੀ, ਅਗਲੇ ਦਿਨ ਉਸ ਨੂੰ ਮਾਰ ਦਿੱਤਾ ਜਾਂਦਾ ਹੈ। ਇਹ ਚੀਜ਼ਾਂ ਦੀ ਕੌਣ ਤਫਤੀਸ਼ ਕਰੂਗਾ? ਸਾਨੂੰ ਤਾਂ ਇਹਦਾ ਪਤਾ ਨਹੀਂ ਹੈ, ਅਤੇ ਇਹਦੀ ਅਸੀਂ ਕਹਿੰਦੇ ਹਾਂ ਕਿ ਇੰਟਰਨੈਸ਼ਨਲ ਤਫਤੀਸ਼ ਹੋਵੇ। ਜਿਵੇਂ ਲੈਬਨਾਨ ਦਾ ਪ੍ਰਾਈਮ ਮਿਨਿਸਟਰ ਮਾਰਿਆ ਗਿਆ ਸੀ ਹਰਾਰੀ, ਅਤੇ ਉਹਦੀ ਤਫਤੀਸ਼ UN ਨੇ ਕਰਵਾਈ ਸੀ। ਨਾਲ ਦੇ ਮੁਲਕ ਬੇਨਜ਼ੀਰ ਭੁੱਟੋ ਨੂੰ ਮਾਰਿਆ ਗਿਆ ਸੀਗਾ, ਲੋਕਾਂ ਨੂੰ ਵਿਸ਼ਵਾਸ ਸਰਕਾਰ ਦੇ ਉੱਤੇ ਨਹੀਂ ਸੀ, ਉਹਦੀ ਵੀ ਇੰਟਰਨੈਸ਼ਨਲ UN ਨੇ ਤਫਤੀਸ਼ ਕਰਵਾਈ ਸੀ ਬੀਬੀ ਭੁੱਟੋ ਦੀ। ਅਸੀਂ ਕਹਿੰਦੇ ਹਾਂ ਕਿ ਆਪਣਾ ਜਿਹੜਾ ਸਿੱਧੂ ਸਾਹਿਬ ਹੈ ਅਤੇ ਮੂਸੇਵਾਲ ਸਾਹਿਬ ਹੈ, ਇਹਨਾਂ ਦੀ ਤਫਤੀਸ਼ ਇੰਟਰਨੈਸ਼ਨਲ ਪੱਧਰ ਦੇ ਉੱਤੇ ਹੋਣੀ ਚਾਹੀਦੀ ਹੈ, ਜਿਹੜਾ ਸਾਨੂੰ ਪਤਾ ਲੱਗ ਸਕਦੇ ਕਿ ਇਹ ਕਿਵੇਂ ਇਹਨਾਂ ਨੂੰ ਮਾਰਿਆ ਗਿਆ, ਕਿਉਂ ਨਹੀਂ ਇਹਨਾਂ ਨੂੰ ਬਚਾਇਆ ਗਿਆ। ਬਚਾ ਸਕਦੇ ਸੀਗੇ, ਸਾਰਾ ਕੁਝ ਕਰ ਸਕਦੇ ਸੀ, ਪਰ ਨਹੀਂ ਕੀਤਾ ਹੈਗਾ। ਮਾਨ ਸਾਹਿਬ, ਤੁਹਾਡੇ ਕੋਲ ਸਮਾਂ ਸਿਰਫ 1.5 ਸਾਲ ਦਾ ਹੈਗਾ, ਲੇਕਿਨ ਕੰਮ ਬਹੁਤ ਜ਼ਿਆਦਾ ਹੈਗਾ। ਇਹਦੇ ਵਿੱਚ ਸਭ ਤੋਂ ਅਹਿਮ ਮਸਲਾ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਵੀ ਰਹੇਗਾ। ਬਿਲਕੁਲ, ਬੰਦੀ ਸਿੰਘਾਂ ਦਾ ਟੌਪ ਰਹੂਗਾ। ਅਤੇ ਤੁਹਾਨੂੰ ਗਲਤੀ ਹੈ ਕਿ ਮੇਰਾ 1.5 ਸਾਲ ਹੈਗਾ, 6 ਮਹੀਨੇ ਹੋ ਇਹ ਪਏ ਹੈ, ਪੂਰਾ ਸਾਲ ਅਗਲਾ ਪਿਆ, ਅਤੇ 2024 ਤੋਂ ਚਲੋ ਆਪਾਂ 2 ਸਾਲ ਲੈ ਕੇ ਚੱਲਦੇ ਹਾਂ। ਹਾਂ। ਇਹਨਾਂ 2 ਸਾਲਾਂ ਦੇ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਪਾਰਲੀਮੈਂਟ ਦੇ ਸੈਸ਼ਨ ਵੀ 4 ਹੋਣੇ ਹੈ। ਫਿਰ ਕੀ ਉੱਥੇ ਬੋਲਣਾ ਹੁੰਦਾ, ਉੱਥੇ ਘੁਲਣਾ ਥੋੜ੍ਹੀ ਹੁੰਦਾ ਇਹ। ਪਰ ਬੰਦੀ ਸਿੱਖਾਂ ਬਾਰੇ ਨਾ, ਫਿਰ ਗੱਲ ਪਹਿਲਾਂ ਵੀ ਕੀਤੀ ਹੈ, ਹੁਣ ਵੀ ਕਰਾਂਗੇ ਉੱਥੇ ਬੰਦੀ ਸਿੰਘਾਂ ਦੀ। ਤੇ ਜਿਹੜੀ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕਮੇਟੀ ਬਣਾਈ ਸੀ, ਉਸ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਵੋਗੇ ਦੁਬਾਰਾ? ਪਤਾ ਨਹੀਂ, ਮੇਰੇ ਤਾਂ ਖਿਲਾਫ ਉਹਨਾਂ ਨੇ ਕੈਂਡੀਡੇਟ ਖੜਾ ਕਰਤਾ ਸੀਗਾ, ਫਿਰ ਇਹਦਾ ਮਤਲਬ ਮੈਥੋਂ ਤਾਂ ਨਹੀਂ ਉੱਥੇ ਜਾਇਆ ਜਾਣਾ। ਮਾਨ ਸਾਹਿਬ, ਕੁਝ ਹੋਰ ਵੀ ਮਸਲੇ ਨੇ ਜਿਹੜੇ ਜਦੋਂ ਸ਼੍ਰੋਮਣੀ ਅਕਾਲੀ ਦਲ ਸੱਤਾ 'ਚ ਨਹੀਂ ਹੁੰਦਾ ਉਹ ਉਠਾਉਂਦਾ। ਜਿੱਦਾਂ ਚੰਡੀਗੜ੍ਹ ਦਾ ਮਸਲਾ ਹੋ ਗਿਆ, ਪੰਜਾਬ ਨੂੰ ਲੈਂਦਾ, ਪੰਜਾਬੀ ਬੋਲੀਆਂ ਦਾ ਹੋ ਗਿਆ, ਪਾਣੀਆਂ ਦਾ ਤੁਸੀਂ ਗੱਲ ਕਰ ਸਕਦੇ ਹੋ, ਲੇਕਿਨ ਜਦੋਂ ਸੱਤਾ 'ਚ ਹੁੰਦਾ ਉਹ ਭੁੱਲ ਜਾਂਦਾ। ਇਹਨਾਂ ਮਸਲਿਆਂ ਬਾਰੇ ਵੀ ਕੋਈ ਤੁਸੀਂ ਆਵਾਜ਼ ਉਠਾਓਗੇ ਜੀ? ਇਹ ਬਿਲਕੁਲ ਅੱਜ ਵੀ ਮੈਂ ਆਵਾਜ਼ ਉਠਾ ਰਿਹਾ ਕਿ ਇਹ ਸਾਡੇ ਜਿਹੜੇ ਵੋਟਰ ਹੈ ਉਹ ਜ਼ਿੰਮੇਵਾਰ ਹੈ, ਜਿਹੋ ਜਿਹੀ ਸਰਕਾਰ ਉਹ ਬਣਵਾਉਂਦੇ ਹੈ। ਸਰਕਾਰਾਂ ਦਾ ਨੁਕਸ ਕੋਈ ਨਹੀਂ ਹੁੰਦਾ, ਲੋਕਾਂ ਦਾ ਨੁਕਸ ਹੁੰਦਾ ਹੈ ਕਿ ਉਹ ਇਹੋ ਜਿਹੀ ਸਰਕਾਰ ਬਣਾਉਂਦੇ ਹੈ ਜਿਹੜੀ ਲੋਕਾਂ ਦੇ ਹਿੱਤ ਦੇ ਖਿਲਾਫ ਚੱਲੇ। ਸੋ ਜਿੰਨਾ ਚਿਰ ਲੋਕਾਂ ਦੇ ਵਿੱਚ ਪਛਾਣ ਨਹੀਂ ਆਉਂਦੀ, ਜਿੰਨਾ ਚਿਰ ਲੋਕ ਤਾਲੀਮ ਦੇ ਵਿੱਚ ਹਾਸਲ ਨਹੀਂ ਕਰਦੇ, ਉਨਾ ਚਿਰ ਤਾਂ ਇਹ ਕੰਮ ਹੋ ਹੀ ਜਾਊਗਾ। ਹੁਣ ਬਾਦਲ ਨੂੰ ਵੀ ਬਣਾਇਆ ਹੈ, ਇਹਨਾਂ ਨੇ ਵੀ ਬਣਾਇਆ ਹੈ, ਇਹ ਮੈਨੂੰ ਵੀ ਬਣਾਇਆ, ਮੈਂ ਬੋਲੀ ਜਾਂਦਾ। ਇਹਦੇ ਵਿੱਚ ਰੁਕਾਵਟ ਤਾਂ ਕੋਈ ਹੈ ਨਹੀਂ, ਪਰ ਇਹਨਾਂ ਦੇ ਮੂੰਹ ਨੂੰ ਟਾਂਕੇ ਕਿਉਂ ਲੱਗ ਜਾਂਦੇ ਹੈ? ਜੇ ਇਹ ਸਰਕਾਰ ਬਣਾਉਂਦੇ ਹੈ, ਸੈਂਟਰ ਤੋਂ ਡਰਦੇ ਹੈ ਕਿ ED ਦੀ ਰੇਡ ਨਾ ਪੈ ਜੇ, CBI ਦੀ ਰੇਡ ਨਾ ਪੈ ਜੇ, ਫਲਾਣੇ ਦੀ ਰੇਡ ਨਾ ਪੈ ਜੇ, ਡਰੀ ਜਾਂਦੇ ਹੈ। ਅਤੇ SGPC ਨੇ 328 ਮਹਾਰਾਜ ਦੇ ਸਰੂਪ ਵੇਚਦੇ ਹੈ, ਪਤਾ ਨਹੀਂ ਕੀ ਕੀਤਾ ਜੇ, ਉਹਨਾਂ ਦਾ ਪਤਾ ਨਹੀਂ ਲੱਗਿਆ ਹੈਗਾ ਆਪਾਂ ਨੂੰ। ਸੋ 11 ਸਾਲ ਤੋਂ SGPC ਦੇ, ਹੁਣ ਫਰਜ਼ ਕਰ ਲਓ ਕਿ ਪ੍ਰਧਾਨ ਸਾਹਿਬ ਅੱਜ ਹੈਗੇ SGPC ਦੇ, 11 ਸਾਲ ਤੋਂ ਇੰਡੀਆ ਦੀ ਪਾਰਲੀਮੈਂਟ ਦੇ ਵਿੱਚ ਇਲੈਕਸ਼ਨ ਨਾ ਹੋਣ, ਇਲੈਕਸ਼ਨਾਂ ਤੋਂ ਬਗੈਰ ਮੋਦੀ ਸਾਹਿਬ ਪ੍ਰਾਈਮ ਮਿਨਿਸਟਰ ਬਣਨ, ਤਾਂ ਲੋਕ ਉਹਨੂੰ ਝੱਲਣਗੇ ਕਿ ਨਹੀਂ ਝੱਲਣਗੇ? ਇਹ ਤਾਂ ਸਿੱਖਾਂ ਦੀ ਜਿਹੜੀ ਇਹ ਸ਼ਰਾਫਤ ਹੈ, ਜਿਹੜੀ ਇਹਨਾਂ ਦੇ ਵਿੱਚ ਭੋਲਾ ਪੁਣ ਹੈ, ਉਹਦੇ ਕਰਕੇ ਇਹ ਪ੍ਰਧਾਨ ਪ੍ਰਧੂਨ ਚੱਲੀ ਜਾਂਦੇ ਹੈ। ਜੇ ਸਿੱਖ ਕੌਮ ਨੂੰ ਇਲਮ ਹੋਏ, ਇਹ ਤਾਂ ਛੁਟਕੀ ਮਾਰ ਕੇ ਖਤਮ ਹੋ ਸਕਦੇ ਆ ਅਤੇ ਇਲੈਕਸ਼ਨ ਹੋਣਗੇ। 15 ਸਪਟੈਂਬਰ ਨੂੰ ਜਮਹੂਰੀਅਤ ਦਿਵਸ ਹੈ, UN ਨੇ ਡਿਕਲੇਅਰ ਕੀਤਾ। ਇੱਥੇ ਅਸੀਂ ਬਹੁਤ ਵੱਡਾ ਇਕੱਠ ਕਰਨਾ ਹੈ ਦਰਬਾਰ ਸਾਹਿਬ ਦੇ ਅੱਗੇ। ਇੱਥੇ ਆ ਜਿਹੜਾ ਇਹ ਫੁਹਾਰੇ ਭੂਰੇ ਲੱਗੇ ਆ, ਅਤੇ ਤੁਸੀਂ ਸਾਰੇ ਆਇਓ। ਅਸੀਂ ਕਹਿੰਦੇ ਹਾਂ ਕਿ ਸਾਡੀ ਜਮਹੂਰੀਅਤ ਸਿੱਖ ਕੌਮ ਦੀ ਖਤਮ ਕੀਤੀ ਗਈ ਹੈ। ਸਾਡੇ ਬੰਦੀ 30 ਸਾਲਾਂ ਤੋਂ ਅੰਦਰ ਹੈਗੇ ਹੈ। ਜਿਸ ਨੇ ਰਾਜੀਵ ਗਾਂਧੀ ਨੂੰ ਮਾਰਿਆ ਸੀ, ਉਸ ਨੂੰ ਤਾਂ ਜੇਲ੍ਹ ਦੇ ਵਿੱਚੋਂ ਕੱਢ ਦਿੱਤਾ,
ਪਰ ਮੇਰਾ ਮਤਲਬ ਹੈ ਕਿ ਸਾਡੇ ਬੰਦਿਆਂ ਨੇ ਤਾਂ ਕਿਸੇ ਨੂੰ ਨਹੀਂ ਮਾਰਿਆ, ਉਹਨਾਂ ਨੂੰ ਅਜੇ ਤੱਕ ਇਹ ਜੇਲ੍ਹ ਦੇ ਵਿੱਚ 30 ਸਾਲ ਪਾਈ ਰੱਖਿਆ, ਇਹ ਤਾਂ ਨਜਾਇਜ਼ ਹੈ। ਅਸੀਂ ਹਮੇਸ਼ਾ ਖਾਲਿਸਤਾਨ ਦੀ ਡਿਮਾਂਡ ਕਰਦੇ ਹਾਂ ਜੀ, ਸਿੱਖ ਕੌਮ ਨੂੰ ਦੇ ਹੱਕ ਦਿਵਾਉਣ ਲਈ ਕਿ ਹੁਣ ਅੱਗੇ ਜਾ ਕੇ ਗੱਲ ਕੀਤੀ ਜਾਏਗੀ ਲੋਕ ਸਭਾ ਦੇ ਬਾਰੇ। ਸਾਧ ਸਾਹਿਬ ਜਿਹੜੀ ਗੱਲ ਚੱਲ ਪਈ ਨਾ, ਉਹ ਚੁੱਪ ਕੀਤੀ ਨਹੀਂ, ਵਿੱਚ ਵਿਚਾਲੇ ਨਹੀਂ ਇਹ ਹਟਦੀ ਹੁੰਦੀ ਹੈ ਨਾ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਇੱਕ ਵਾਰੀ ਗੱਲ ਚੱਲ ਪਏ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਆਪਣੀ ਸ਼ਹਾਦਤ ਦੇ ਦੇਣ, ਫੌਜ ਰੂਸ ਦੀ ਆ ਜੇ, ਬਰਤਾਨੀਆ ਦੀ ਆ ਜੇ, ਇੰਡੀਆ ਦੀ ਆ ਜੇ ਤੇ ਹਜ਼ਾਰਾਂ ਸਿੱਖਾਂ ਨੂੰ ਮਾਰ ਦੇਵੇ, ਤੇ ਉਸ ਤੋਂ ਬਾਅਦ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਿੱਖ ਆਪਣਾ ਲਹੂ ਦੇ ਸਕਣ, ਜਿਹੜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗੱਲ ਹੈ, ਤਾਂ ਫਿਰ ਇਹ ਗੱਲ ਕਿਵੇਂ ਰੁਕੂਗੀ? ਮਾਨ ਸਾਹਿਬ, ਕੌਮ ਦੇ ਮਸਲਿਆਂ ਬਾਰੇ ਤੁਸੀਂ ਹਮੇਸ਼ਾ ਬੁਲੰਦਬਾਜ਼ੀ ਉਠਾਉਂਦੇ ਹੋ, ਲੇਕਿਨ ਮੇਨ ਮੁੱਦਾ ਇੱਕ ਰੋਟੀ ਕੱਪੜੇ ਮਕਾਨ ਦਾ ਬਣਿਆ। ਜਨਤਾ ਨੂੰ ਬਹੁਤ ਮਹਿੰਗਾਈ ਹੋਈ ਹੈ, ਪੈਟਰੋਲ ਡੀਜ਼ਲ ਵੱਧ ਗਿਆ, ਗੈਸ ਵੱਧ ਗਈ ਆ, ਉਹਦੇ ਵਧਣ ਨਾਲ ਟਰਾਂਸਪੋਰਟ ਵੱਧ ਗਈ ਹੈ, ਜਿਹੜੀਆਂ ਖਾਦ ਪਦਾਰਥ ਨੇ ਮਹਿੰਗੇ ਹੋ ਗਏ ਨੇ। ਲੋਕੀ ਮੈਂ ਰੋਜੀ-ਰੋਟੀ ਖਾਤਰ ਹੋ ਗਈ, health ਮਹਿੰਗੀ ਹੈ, ਐਜੂਕੇਸ਼ਨ ਮਹਿੰਗੀ ਹੈ। ਮੈਂ ਗਰੀਬਾਂ ਦੀ ਗੱਲ ਕਰਦਾ ਕਿ ਇਹ ਰੋਟੀ ਕੱਪੜਾ ਮਕਾਨ ਇੰਦਰਾ ਗਾਂਧੀ ਨੇ ਸਲੋਗਨ ਦਿੱਤਾ ਸੀ, ਪਰ ਅਜੇ ਤੱਕ ਉਸ ਨੂੰ ਅੱਗੇ ਨਹੀਂ ਲਾਇਆ ਗਿਆ। ਤੁਸੀਂ ਸਾਰੇ ਸ਼ਹਿਰ 'ਚ ਰਹਿੰਦੇ ਹੋ, ਵਧਾਈ ਹੈ ਤੁਹਾਨੂੰ, ਪਰ ਪਿੰਡਾਂ 'ਚ ਜਾ ਕੇ ਦੇਖੋ, ਜਿਹੜੇ ਸਾਡੇ ਰੰਗਰੇਟੇ ਸਿੱਖ ਹੈ ਉਹਨਾਂ ਦੇ ਕੋਲ ਸਿਰਫ ਇੱਕ ਕਮਰਾ ਹੈਗਾ, ਉਹਦੇ ਵਿੱਚ ਰਾਤ ਨੂੰ ਮੀਆਂ ਬੀਬੀ ਸੌਂਦੇ ਹੈ, ਉਹਨਾਂ ਦੀ ਨੂੰਹ ਤੇ ਮੁੰਡਾ ਵੀ ਉੱਥੇ ਸੌਂਦੇ ਹੈ, ਜੇ ਧੀ ਤੇ ਜਵਾਈ ਆ ਜੇ ਉਹ ਵੀ ਉੱਥੇ ਸੌਂਦੇ ਹੈ, ਤੇ ਸਿਆਲ 'ਚ ਜਦੋਂ ਕੜਾਕੇ ਦੀ ਠੰਡ ਪੈ ਜੇ ਫਿਰ ਉਹਨਾਂ ਦੀ ਮੱਝ ਵੀ ਅੰਦਰ ਆ ਜਾਂਦੀ ਹੈ। ਮੇਰਾ ਮਤਲਬ ਹੈ 75 ਸਾਲ ਕਹਿੰਦੇ ਹੈ ਕਿ ਸਾਨੂੰ ਆਜ਼ਾਦੀ ਮਿਲ ਗਈ ਹੈ, ਸਵਾਹ ਆਜ਼ਾਦੀ ਹੈ ਕਿ ਜਿਹੜੇ ਇਹ ਗਰੀਬ ਆਦਮੀ ਹੈ ਉਹਨਾਂ ਦੀ ਮੱਝ ਵੀ ਉਹਨਾਂ ਦੇ ਕਮਰੇ 'ਚ ਰਾਤ ਨੂੰ ਸੋਏ, ਤੇ ਇਹ ਤਾਂ ਜਹੰਨਮ ਦੀ ਜ਼ਿੰਦਗੀ ਹੈ ਜਿਹੜੇ ਐਸੇ ਗਰੀਬ ਆਦਮੀ ਇੱਥੇ ਰਹਿ ਰਹੇ ਹੈ, ਤੇ ਸਰਕਾਰ ਨੇ ਅਜੇ ਤੱਕ ਡੱਕਾ ਨਹੀਂ ਤੋੜਿਆ ਇਹਨਾਂ ਦੀਆਂ ਜ਼ਿੰਦਗੀਆਂ ਨੂੰ ਵਧੀਆ ਕਰਨ ਦੇ ਲਈ। ਤੇ ਐਜੂਕੇਸ਼ਨ ਤੋਂ ਬਗੈਰ ਆਪਾਂ ਨਹੀਂ ਅੱਗੇ ਚੱਲ ਸਕਦੇ। ਇਸ ਕਰਕੇ ਮੈਂ ਕਹਿੰਦਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਲਈ ਬਣੀ ਹੋਈ ਹੈ, ਚੰਡੀਗੜ੍ਹ, ਇਹ ਪੰਜਾਬ ਦੇ ਵਿੱਚ ਰਹਿਣੀ ਚਾਹੀਦੀ ਹੈ। ਸੈਂਟਰ ਹਰੇਕ ਚੀਜ਼ ਪੰਜਾਬ ਦੀ ਚੱਕ ਕੇ, ਪੰਜਾਬੀ ਬੋਲਦੇ ਇਲਾਕੇ ਹਰਿਆਣੇ ਦੇ, ਰਾਜਸਥਾਨ ਦੇ, ਹਿਮਾਚਲ ਪ੍ਰਦੇਸ਼ ਦੇ, ਇਹ ਸਾਰੇ ਹਿਮਾਚਲ ਨੂੰ ਦੇਤੇ ਹੈ, ਹਰਿਆਣੇ ਨੂੰ ਦੇਤੇ ਹੈ, ਰਾਜਸਥਾਨ ਨੂੰ ਦੇਤੇ ਹੈ। ਚੰਡੀਗੜ੍ਹ ਸਾਥੋਂ ਖੋਇਆ ਗਿਆ ਪਾਣੀ, ਜਿਹੜਾ ਕੌਨਸਟੀਟਿਊਸ਼ਨਲ ਰਾਈਟ ਹੈ, ਰਿਪੇਰੀਅਨ ਲਾਅ ਹੈ, ਉਹਦੇ ਮੁਤਾਬਕ ਜਿਹੜੀ ਨਦੀ ਤੇ ਦਰਿਆ ਕਿਸੇ ਸੂਬੇ ਦੇ ਵਿੱਚੋਂ ਵਹਿੰਦੇ ਹੋਣ, ਉਸੇ ਸੂਬੇ ਦੀ ਮਲਕੀਅਤ ਹੁੰਦੀ ਹੈ ਜਿਹਦੇ ਵਿੱਚੋਂ ਦਰਿਆ ਲੰਘਦੇ ਹੈ। ਪਰ ਇੱਥੇ ਉਲਟਾ ਹੀ ਕੰਮ ਹੈਗਾ, ਸੰਵਿਧਾਨ ਦੇ ਖਿਲਾਫ ਚੱਲੀ ਜਾਂਦੇ ਹੈ। ਮੈਨੂੰ ਕਹਿੰਦੇ ਹੈ ਕਿ ਤੂੰ ਸੰਵਿਧਾਨ ਦੇ ਵਿੱਚ ਨਹੀਂ ਮੰਨਦਾ। ਹੁਣ ਦੱਸੋ, ਜਿਹੜਾ ਸੰਵਿਧਾਨ 120 ਵਾਰੀ ਉਹਨੂੰ ਤਬਦੀਲ ਕੀਤਾ ਗਿਆ ਹੋਵੇ ਤੇ ਉਸ ਦੇ ਉੱਤੇ ਰਿਹਾ ਨਾ ਹੋਵੇ, ਤੇ ਗੁਜਰਾਤ ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਕਰ ਦਿਓ, ਸੁਪਰੀਮ ਕੋਰਟ ਕਹਿੰਦੇ ਕਿ ਜੀ ਇਹਦੇ ਜ਼ਿੰਮੇਵਾਰੀ ਕੋਈ ਨਹੀਂ ਹੈਗੀ, ਤਾਂ ਫਿਰ ਮੇਰਾ ਮਤਲਬ ਜਦੋਂ ਸੁਪਰੀਮ ਕੋਰਟ ਦੇ ਵਿੱਚ ਕੋਈ ਸਿੱਖ ਜੱਜ ਨਹੀਂ ਹੈ, ਕੋਈ ਵੀ ਸਟੇਟਸ ਦੇ ਵਿੱਚ ਜਿੰਨੀਆਂ ਹਾਈ ਕੋਰਟਸ ਨੇ ਉੱਥੇ ਚੀਫ ਜਸਟਿਸ ਸਿੱਖ ਨਹੀਂ ਹੈ, ਜਿੰਨੇ ਵੀ ਆਰਮੀ ਕਮਾਂਡਰਸ ਹੈ ਉਹਨਾਂ ਦੇ ਵਿੱਚੋਂ ਕੋਈ ਸਿੱਖ ਨਹੀਂ, ਨੇਵੀ ਦੇ ਵਿੱਚ ਨਹੀਂ ਹੈ, 에ਅਰ ਫੋਰਸ ਦੇ ਵਿੱਚ ਨਹੀਂ ਹੈ। ਤੇ ਮੇਰਾ ਕਹਿਣ ਦਾ ਮਤਲਬ ਹੈ ਕਿ ਸਿੱਖ ਕਿੱਥੇ ਜਾਣਗੇ ਤੇ ਇਹਨਾਂ ਦਾ ਫਿਊਚਰ ਕੀ ਹੈ ਇਸ ਇੰਡੀਆ ਦੇ ਵਿੱਚ, ਇਹ ਸਾਡਾ ਫਿਕਰਯੋਗ ਹੈ। ਸਾਡੇ ਬੱਚੇ ਹਿਜਰਤ ਕਰ ਰਹੇ ਹੈ, ਬਾਹਰ ਦੇ ਮੁਲਕਾਂ ਨੂੰ ਜਾ ਰਹੇ ਹੈ। ਉਹਦੀ ਵਜ੍ਹਾ ਇਹ ਹੈ ਕਿ ਪਾਕਿਸਤਾਨ ਬਣਨ ਤੋਂ ਬਾਅਦ ਲੋਕਾਂ ਨੂੰ ਅਕਲ ਆ ਗਈ ਹੈ ਕਿ ਦੂਜਾ ਟਿਕਾਣਾ ਸਾਡਾ ਕਿਤੇ ਹੋਣਾ ਚਾਹੀਦਾ, ਤੇ ਉਹ ਆਪਣੇ ਮਾਂ, ਆਪਣੀ ਕੁੜੀ ਪੁੱਤ ਭੇਜ ਰਹੇ ਹੈ ਕਿ ਜੇ ਇੱਥੋਂ ਫੇਰ ਹਿਜਰਤ ਕਰਨੀ ਪਈ, ਸਾਡਾ ਘਰ ਬਾਹਰ ਦੇ ਮੁਲਕ ਦੇ ਵਿੱਚ ਕੋਈ ਨਾ ਕੋਈ ਹੋਊਗਾ ਟਿਕਾਣਾ ਜਿੱਥੇ ਅਸੀਂ ਜਾ ਕੇ ਸਾਹ ਲੈ ਸਕਾਂਗੇ। ਇੱਥੇ ਸਿੱਖਾਂ ਦੀ ਹਿਜਰਤ ਹੋ ਰਹੀ ਹੈ ਬਾਹਰ ਦੇ ਮੁਲਕਾਂ ਨੂੰ। ਹਾਂ, ਅੱਜ ਮੈਂ ਮਹਾਰਾਜ ਦਾ ਸ਼ੁਕਰ ਕਰਨ ਆਇਆ ਜਿਹੜਾ ਫਤਿਹ ਬਖਸ਼ੀ ਹੈ ਮੈਨੂੰ, ਤੇ ਹੁਣ ਮੈਂ ਉੱਧਰ ਜਾ ਕੇ ਮੱਥਾ ਟੇਕਦਾ ਮਹਾਰਾਜ ਦੇ ਹਜ਼ੂਰ। ਤੇ ਮਹਾਰਾਜ ਨੇ ਕਿਹਾ ਸ਼ਸਤਰੋਂ ਕੇ ਅਧੀਨ ਹੈ ਰਾਜ, ਅਕਾਲ ਤਖਤ ਸਾਹਿਬ ਤੇ ਸ਼ਸਤਰਾਂ ਨੂੰ ਵੀ ਮੱਥਾ ਟੇਕਾਂਗੇ
ਤੇ ਫਿਰ ਉਸ ਤੋਂ ਬਾਅਦ ਜੋ ਕੋਈ ਗੱਲ ਹੋਈ ਜੇ ਤੁਸੀਂ ਹੁਣ ਪੁੱਛਣੀ ਹੈ ਤਾਂ ਪੁੱਛ ਲਓ। ਮਾਨ ਸਾਹਿਬ ਜਿਹੜਾ ਪੰਜਾਬ